ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ। ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਚੁੰਝ ਚਰਚਾ ਪ੍ਰੋਗਰਾਮ ਦੇ ਤਹਿਤ ਕਰਨਾਲ ਦੇ ਵਿੱਚ ਜੋ ਕੁਝ ਅੱਜ ਪੂਰੇ ਦਿਨ ਦੇ ਵਿੱਚ ਹੋਇਆ ਵਾਪਰਿਆ, ਕਿਸਾਨੀ ਅੰਦੋਲਨ ਦੇ ਮੁਤਲਕ ਮਹਾਂ ਪੰਚਾਇਤ ਦੇ ਸੰਦਰਭ ਦੇ ਵਿੱਚ ਉਹਦੀ ਗੱਲਬਾਤ ਕਰਨ ਦੇ ਵਾਸਤੇ ਹਾਜ਼ਰ ਆ। ਜਿਸ ਤਰੀਕੇ ਦੇ ਨਾਲ 9 ਮਹੀਨੇ ਤੋਂ ਉੱਤੇ ਦਾ ਵਕਤ ਹੋ ਚੱਲਿਆ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਨੂੰ, ਤੇ ਜਿਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਕਿਸਾਨਾਂ ਨੂੰ ਸਮੇਂ-ਸਮੇਂ ਦੇ ਉੱਤੇ ਬਦਨਾਮ ਕੀਤਾ ਗਿਆ, ਕਿਸਾਨਾਂ ਦੀ ਮਾਨਸਿਕਤਾ ਨੂੰ, ਕਿਸਾਨਾਂ ਦੀਆਂ ਮੰਗਾਂ ਨੂੰ, ਕਿਸਾਨਾਂ ਦੀਆਂ ਲੋੜਾਂ ਨੂੰ, ਕਿਸਾਨਾਂ ਦੀਆਂ ਅਪੀਲਾਂ ਨੂੰ ਤੇ ਬੇਨਤੀਆਂ ਨੂੰ ਸਮਝਣ ਦੀ ਥਾਂ ਦੇ ਉੱਤੇ ਜਦੋਂ ਵੀ ਬੀਜੇਪੀ ਜਾਂ ਉਹਨਾਂ ਦੇ ਕੁਝ ਸਮਰਥਕਾਂ ਦੇ ਵੱਲੋਂ ਟਿਚਰਾਂ ਕੀਤੀਆਂ ਗਈਆਂ, ਕਿਸਾਨਾਂ ਦੇ ਵਿੱਚ ਗੁੱਸੇ ਦੀ ਲਹਿਰ ਉਵੇਂ ਪ੍ਰਚੰਡ ਹੋਈ ਹੈ ਜਿਵੇਂ ਕਿ ਮੁਜ਼ੱਫਰਨਗਰ ਦੇ ਵਿੱਚ ਹੋਈ, ਜਿਵੇਂ ਕਿ ਕਰਨਾਲ ਦੇ ਵਿੱਚ ਹੋਈ ਹੈ। ਕਰਨਾਲ ਦੀਆਂ ਤਾਜ਼ਾ ਤਸਵੀਰਾਂ ਹੁਣ ਤੱਕ ਤੁਸੀਂ ਸਭ ਥਾਵਾਂ ਦੇ ਉੱਤੇ ਵੇਖੀਆਂ ਹੀ ਹੋਣੀਆਂ, ਹਾਲੇ ਹੋਰ ਵੀ ਸ਼ਾਇਦ ਆਉਣਗੀਆਂ। ਜਿਸ ਤਰੀਕੇ ਦੇ ਨਾਲ ਦੁਪਹਿਰ ਦੇ ਵੇਲੇ 11 ਮੈਂਬਰੀ ਕਮੇਟੀ ਬਣੀ ਕਿਸਾਨ ਆਗੂਆਂ ਦੀ, ਉਸ ਕਮੇਟੀ ਨੇ ਕੀਤੀ ਜਾ ਕੇ ਮੀਟਿੰਗ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ, ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਇਹ ਮੀਟਿੰਗ ਰਹੀ ਬੇਨਤੀਜਾ, ਤੇ ਉਸ ਤੋਂ ਬਾਅਦ ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਆ ਜਿਹੜੇ ਉਹ ਸੈਕਟਰੀਏਟ ਦੇ ਵੱਲ ਰਵਾਨਾ ਹੋ ਗਏ, ਤੇ ਸੈਕਟਰੀਏਟ ਨੂੰ ਘੇਰਾ ਪੈ ਵੀ ਗਿਆ। ਕਮਾਲ ਦੀ ਗੱਲ ਇਹ ਹੈ ਵੀ ਖੱਟੜ ਸਰਕਾਰ ਨੇ ਪਹਿਲਾਂ ਉੱਥੇ ਰੋਕਾਂ ਬਹੁਤ ਲਾਈਆਂ ਸੀ, ਬਿਲਕੁਲ ਉਵੇਂ ਜਿਵੇਂ 26 ਨਵੰਬਰ ਨੂੰ ਲਾਈਆਂ ਸੀ ਜਦੋਂ ਕਿਸਾਨ ਦਿੱਲੀ ਦੇ ਬਾਰਡਰਾਂ ਦੇ ਵੱਲ ਵੱਧ ਰਹੇ ਸੀ ਪਿਛਲੇ ਬਾਰੇ। ਉਦੋਂ ਥਾਂ-ਥਾਂ ਤੇ ਟੋਏ ਪੱਟੇ ਗਏ, ਥਾਂ-ਥਾਂ ਤੇ ਟਿੱਪਰ ਮਿੱਟੀ ਦੇ ਭਰੇ ਖੜੇ ਕੀਤੇ ਗਏ, ਥਾਂ-ਥਾਂ ਤੇ ਪਾਣੀ ਦੀਆਂ ਵਾਛੜਾਂ, ਥਾਂ-ਥਾਂ ਤੇ ਰੋਕਾਂ, ਬੈਰੀਕੇਡ ਲਾਏ ਗਏ। ਉਹੀ ਕੁਝ ਕੀਤਾ ਅੱਜ ਵੀ ਸੀ, ਪਰ ਕਿਸਾਨਾਂ ਦੇ ਮੂਹਰੇ ਪੇਸ਼ ਨਹੀਂ ਚੱਲੀ। ਹੁਣ ਖੱਟੜ ਸਾਹਿਬ ਇਹ ਗੱਲ ਕਹਿੰਦੇ ਆ ਕਿ ਕਿਸਾਨ ਆ ਜਿਹੜੇ ਉਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨ, ਪਰ ਕਿਸਾਨ ਕਹਿੰਦੇ ਵੀ ਜਨਾਬ ਆਪ ਜੀ ਵੀ ਸਮਝਣ ਦੀ ਕੋਸ਼ਿਸ਼ ਕਰੋ। ਤੇ ਵੈਸੇ ਕਮਾਲ ਦੀ ਗੱਲ ਇਹ ਆ, ਜੋ ਮੁਜ਼ੱਫਰਨਗਰ ਦੇ ਵਿੱਚ ਇਕੱਠ ਹੋਇਆ ਜਾਂ ਜੋ ਕਰਨਾਲ ਦੇ ਵਿੱਚ ਹੋ ਗਿਆ, ਤੇ ਜਿਸ ਤਰੀਕੇ ਦਾ ਇਸ ਵੇਲੇ ਤੱਕ ਪ੍ਰਦਰਸ਼ਨ ਚੱਲ ਰਿਹਾ, ਉਹਦੇ ਤੋਂ ਬਾਅਦ ਬੀਜੇਪੀ ਦੇ ਉਹ ਆਗੂ ਜਿਹੜੇ ਕੱਲ੍ਹ ਤੱਕ ਇਹ ਗੱਲ ਕਹਿੰਦੇ ਸੀ ਕਿ ਕਿਸਾਨ ਤੋਂ ਮੁੱਠੀ ਭਰ ਹੈ, ਕਿਸਾਨ ਤੋਂ ਬਿਖਰ ਗਏ हैं, किसान तो पस्त हो गए हौसले, किसान तो यहाँ है ही नहीं बार्डरों पर, उन्होंने लोगों के मूँह एक बार बंद हो गए आ भी बेशक ये वो लोग आ जिहड़े कि मिट्टी नाल जुड़े हुए आ, जदों लोड़ पैंदी घर नूं भी जांदे आ, पर जदों हाक पैंदी आ उदों कहे होए थां दे उत्ते भी पहुँच जांदे आ। 5 ਲੱਖ तो वध इकट्ठ मुजफ्फरनगर दे विच होना, अज भी ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਕਰਨਾਲ ਦੇ ਵਿੱਚ ਹੋ ਜਾਣਾ, ਇਹ ਇੱਕ ਛੋਟੀ ਮੋਟੀ ਗੱਲ ਨਹੀਂ। ਇਹ ਇਸ ਵੇਲੇ ਹਕੂਮਤ ਨੂੰ ਸਮਝਣ ਦੀ ਲੋੜ ਹੈ ਵੀ ਕਿਸਾਨਾਂ ਦੇ ਜੋਸ਼ ਦੇ ਮੂਹਰੇ, ਕਿਸਾਨਾਂ ਦੇ ਜਜ਼ਬਾਤ ਦੇ ਮੂਹਰੇ, ਕਿਸਾਨਾਂ ਦੇ ਉਤਸ਼ਾਹ ਦੇ ਮੂਹਰੇ ਤੇ ਕਿਸਾਨਾਂ ਦੇ ਸਿਰੜ ਦੇ ਮੂਹਰੇ ਖੜ ਸਕਣਾ ਕੋਈ ਸੌਖਾ ਕੰਮ ਨਹੀਂ। ਕਿਸੇ ਨੂੰ ਹੋ ਸਕਦਾ ਇਹ ਲੱਗਦਾ ਹੋਵੇ ਜੀ ਕਿ ਕਿਸਾਨ ਹਾਲੇ ਵੀ ਗੁੰਮਰਾਹ ਹੋਏ ਪਏ ਆ, ਪਰ ਗੱਲ ਗੁੰਮਰਾਹ ਦੀ ਨਹੀਂ। ਗੁੰਮਰਾਹ ਹੋਇਆ ਬੰਦਾ 2 ਦਿਨਾਂ ਬਾਅਦ, 4 ਦਿਨਾਂ ਬਾਅਦ, 5 ਦਿਨਾਂ ਬਾਅਦ, 10 ਦਿਨਾਂ ਬਾਅਦ ਮੁੜ ਵੀ ਸਕਦਾ। ਜੇਕਰ ਕੋਈ ਕਿਸੇ ਦਾ ਬਿਠਾਇਆ ਹੋਵੇ ਉਹ ਵਾਪਸ ਵੀ ਪਰਤ ਸਕਦਾ। ਪਰ ਕੀ ਕਾਰਨ ਹੈ? ਮਨੋਹਰ ਲਾਲ ਖੱਟੜ ਹੋਰੀ ਪਹਿਲਾਂ ਕਹਿੰਦੇ ਹੁੰਦੇ ਸੀ ਇਹ ਸਿਰਫ ਪੰਜਾਬ ਦੇ ਕਿਸਾਨ ਆ, ਪਰ ਜਦੋਂ ਉਹਨਾਂ ਦਾ ਆਪਣਾ ਹੈਲੀਕਾਪਟਰ ਭੁੰਜੇ ਨਹੀਂ ਸੀ ਉਤਰਨ ਦਿੱਤਾ ਤੇ ਫਿਰ ਉਹਨਾਂ ਨੂੰ ਪਤਾ ਲੱਗਾ ਵੀ ਨਹੀਂ ਯਾਰ ਇਹ ਸਾਡੇ ਵੀ ਕਿਸਾਨ ਆ, ਸਾਡੇ ਸੂਬੇ ਦੇ ਵੀ ਆ। ਪਰ ਹੁਣ ਵੀ ਉਹ ਇਹੀ ਗੱਲ ਕਹਿੰਦੇ ਆ। ਪਿਛਲੇ ਹਫਤੇ ਦੀ ਇੰਟਰਵਿਊ ਸੀ ਉਹਨਾਂ ਦੀ, ਉਹ ਕਹਿੰਦੇ ਜੀ ਕਿ ਬਾਰਡਰਾਂ ਦੇ ਉੱਤੇ 85% ਕਿਸਾਨ ਪੰਜਾਬ ਦੇ ਆ, ਇਹ ਕੈਪਟਨ ਅਮਰਿੰਦਰ ਸਿੰਘ ਦੇ ਭੇਜੇ ਹੋਏ ਆ। ਸਾਡੇ ਸੂਬੇ ਦੇ ਕਿਸਾਨ ਤਾਂ ਖੁਸ਼ਹਾਲ ਹੀ ਬਹੁਤ ਹੈ, ਸਾਡੇ ਸੂਬੇ ਦੇ ਵਿੱਚ ਬੱਲੇ ਬੱਲੇ ਆ ਪੌਂ 12 ਹੋਈ ਪਈ ਕਿਸਾਨਾਂ ਦੀ। ਅੱਜ ਕਰਨਾਲ ਦੇ ਵਿੱਚ ਦੇਖ ਲੈਂਦੇ ਵੀ ਇਹ ਹਰਿਆਣੇ ਦੇ ਆ ਜਾਂ ਯੁਗਾਂਡਾ ਦੇ ਵਿੱਚੋਂ ਆਏ ਆ ਜਾਂ ਦੱਖਣੀ ਅਫਰੀਕਾ ਚੋਂ ਲਿਆਂਦੇ ਆ ਜਾਂ ਕਿਸੇ ਹੋਰ ਦੇਸ਼ ਦੇ ਕਿਸਾਨ ਆ ਗਏ ਆ। ਇਹ ਦੱਸੋ ਜੀ ਕਿ ਅਫਗਾਨਿਸਤਾਨ ਦੇ ਵਿੱਚੋਂ ਲੋਕ ਆਏ ਆ ਜਾਂ ਤਨਜ਼ਾਨੀਆ ਦੇ ਵਿੱਚੋਂ ਆ ਗਏ ਆ। ਹੁਣ ਇਹਦੇ ਬਾਬਤ ਉਹਨਾਂ ਨੂੰ ਗੌਰ ਕਰਨੀ ਚਾਹੀਦੀ ਆ। ਟਿਚਰਾਂ ਕਿਸੇ ਵੀ ਸੂਬੇ ਦੇ ਵਿੱਚ, ਕਿਸੇ ਵੀ ਦੇਸ਼ ਦੇ ਵਿੱਚ ਜੇਕਰ ਹਕੂਮਤ ਦੇ ਵੱਲੋਂ ਵੋਟਰਾਂ ਨੂੰ ਕੀਤੀਆਂ ਜਾਣਗੀਆਂ ਤਾਂ ਨਤੀਜੇ ਚੰਗੇ ਤੋਂ ਉਲਟ ਹੁੰਦੇ ਆ। ਹਾਲਾਂਕਿ ਅਸੀਂ ਹਮੇਸ਼ਾ ਇਸ ਪਲੇਟਫਾਰਮ ਦੇ ਉੱਤੇ, ਅਜੀਤ ਵੈਬ ਟੀਵੀ ਦੇ ਉੱਤੇ ਇਸ ਗੱਲ ਦੀ ਬੇਨਤੀ ਕੀਤੀ ਹੈ ਵੀ ਆਪਣੇ ਸੰਜਮ ਦੇ ਵਿੱਚ ਰਹਿ ਕੇ, ਮਰਿਆਦਾ ਵਿੱਚ ਰਹਿ ਕੇ ਤੇ ਜਜ਼ਬਾਤੀ ਤੌਰ ਦੇ ਉੱਤੇ ਅਸੀਂ ਜੁੜੇ ਹੋਏ ਸਾਰੇ, ਪਰ ਇਹ ਨਹੀਂ ਕਿ ਅਸੀਂ ਵਹਿਣ ਦੇ ਵਿੱਚ ਬਹਿ ਕੇ ਕੋਈ ਅਸਭਿਅਕ ਗੱਲ ਕਰੀਏ ਜਾਂ ਅਸੀਂ ਹਿੰਸਾਤਮਕ ਕਾਰਵਾਈ ਕਰੀਏ। ਹਮੇਸ਼ਾ ਠਰਮੇ ਦੇ ਨਾਲ ਚੱਲਣਾ ਚਾਹੀਦਾ, ਪਰ ਜਿਸ ਤਰੀਕੇ ਦੇ ਨਾਲ ਹਕੂਮਤ ਦੇ ਵੱਲੋਂ ਮਾਹੌਲ ਆਪੇ ਭੜਕਾਇਆ ਜਾ ਰਿਹਾ, ਉਹਦੇ ਨਾਲ ਕਿਸਾਨਾਂ ਦੇ ਵਿੱਚ ਰੋਸ ਦੀ ਲਹਿਰ ਪ੍ਰਚੰਡ ਹੋਈ ਹੈ। ਇਸ ਵੇਲੇ ਜਦੋਂ ਅਸੀਂ ਇਸ ਪ੍ਰੋਗਰਾਮ ਦੀ ਸਾਂਝ ਪਾ ਰਹੇ ਹਾਂ, ਕਿਸਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਸੈਕਟਰੀਏਟ ਨੂੰ ਘੇਰਾ ਪਾਈ ਬੈਠੇ ਆ। ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੀ ਅੱਜ ਗ੍ਰਿਫਤਾਰੀ ਹੋਈ ਸੀ। ਪੁਲਿਸ ਦੇ ਵੱਲੋਂ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਤੇ ਖੱਟੜ ਸਰਕਾਰ ਦੇ ਹੌਸਲੇ ਪਸਤ ਹੋ ਗਏ। ਜਦੋਂ ਕਿਸਾਨਾਂ ਨੂੰ ਇੰਨੀ ਵੱਡੀ ਗਿਣਤੀ ਦੇ ਵਿੱਚ ਆਉਂਦੇ ਹੋਏ ਦੇਖਿਆ, ਕੋਈ ਰੋਕ ਨੇ ਕੰਮ ਨਹੀਂ ਕੀਤਾ। ਪਹਿਲਾ ਪੜਾਅ, ਦੂਜਾ ਪੜਾਅ, ਤੀਜਾ ਪੜਾਅ ਪਾਰ ਕਰਕੇ ਕਿਸਾਨ ਆ ਜਿਹੜੇ ਉਹ ਸੈਕਟਰੀਏਟ ਨੂੰ ਘੇਰਾ ਪਾ ਕੇ ਬਹਿ ਗਏ ਆ। ਹੁਣ ਸੋਚਣ ਵਿਚਾਰਨ ਵਾਲੀ ਗੱਲ ਇਹ ਆ ਕਿ ਬੀਜੇਪੀ ਕਦੋਂ ਇਹਨਾਂ ਗੱਲਾਂ ਨੂੰ ਸਮਝੂ ਤੇ ਜਿਹੜੀਆਂ ਮੰਗਾਂ ਲੈ ਕੇ ਕਿਸਾਨ ਨਿਕਲੇ ਹੋਏ ਘਰਾਂ ਦੇ ਵਿੱਚੋਂ ਉਹਨਾਂ ਨੂੰ ਕਦੋਂ ਪ੍ਰਵਾਨ ਕੀਤਾ ਜਾਊ। ਟ੍ਰੇਲਰ ਆ ਜਿਹੜਾ ਉਹ ਮੁਜ਼ੱਫਰਨਗਰ ਦੇ ਵਿੱਚ ਵੀ ਦਿਸ ਗਿਆ, ਆਉਂਦੇ ਸਮੇਂ ਦੇ ਵਿੱਚ ਚੋਣਾਂ ਦੇ ਮੱਦੇਨਜ਼ਰ ਹੋਰ ਵੀ ਦਿਸਣੇ ਬਾਕੀ ਆ। ਜ਼ਰਾ ਸੋਚ ਕੇ ਦੇਖੋ ਕਿ ਜੇਕਰ ਕੋਈ SDM ਇਹ ਗੱਲ ਕਵੇ ਵੀ ਕਿਸਾਨਾਂ ਦੇ ਸਿਰ ਪਾੜ ਦਿਓ ਤੇ ਉਸ ਤੋਂ ਬਾਅਦ ਉਹਦੀ ਤੇ ਕਿਉਂ ਨਹੀਂ ਕਾਰਵਾਈ ਹੁੰਦੀ, ਉਹਨੂੰ ਵਧੀਕ ਸਕੱਤਰ ਲਾ ਦਿੱਤਾ ਜਾਂਦਾ ਬਦਲੀ ਕਰਕੇ। ਕਿਸਾਨਾਂ ਦੀਆਂ 4 ਮੰਗਾਂ ਸੀ ਕਰਨਾਲ ਵਾਲੇ ਲਾਠੀਚਾਰਜ ਤੋਂ ਬਾਅਦ।
ਪਹਿਲੀ ਮੰਗ ਸੀ ਵੀ ਜਿਹੜਾ ਆਯੂਸ਼ ਸਿਨਹਾ SDM ਆ ਇਹਨੂੰ ਨੌਕਰੀ ਤੋਂ ਕੱਢਿਆ ਜਾਵੇ ਤੇ ਇਹਦੇ ਤੇ ਬਣਦੀ ਵਿਭਾਗੀ ਕਾਰਵਾਈ ਹੋਵੇ, ਕਾਨੂੰਨੀ ਕਾਰਵਾਈ। ਦੂਜੀ ਮੰਗ ਸੀ ਕਰਨਾਲ ਦੇ ਵਿੱਚ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਬਦਲਿਆ ਜਾਵੇ। ਤੀਜੀ ਮੰਗ ਸੀ ਜਿਹੜਾ ਕਿਸਾਨ ਸੁਨੀਲ ਕਾਜਲ ਆ ਜਿਹਦੀ ਲਾਠੀ ਚਾਰਜ ਦੇ ਵਿੱਚ ਮੌਤ ਹੋਈ ਆ ਉਹਦੇ ਟੱਬਰ ਨੂੰ 25 ਲੱਖ ਰੁਪਈਆ ਤੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ। ਤੇ ਚੌਥੀ ਮੰਗ ਸੀ ਕਿ ਮਨੋਹਰ ਲਾਲ ਖੱਟੜ ਇਸ ਲਾਠੀ ਚਾਰਜ ਦੇ ਕਰਨ ਕਰਕੇ ਤੇ ਖੁਦ ਮਾਫੀ ਮੰਗੇ ਕਿਸਾਨਾਂ ਤੋਂ, ਪਰ ਇਹਨਾਂ ਦੇ ਵੱਲੋਂ ਕੋਈ ਚਾਰਾ ਨਹੀਂ ਚੱਲਿਆ ਗਿਆ, ਕੋਈ ਇਹਨਾਂ ਦੇ ਵੱਲੋਂ ਜਿਹੜੀ ਸ਼ਰਤ ਨਹੀਂ ਮੰਨੀ ਗਈ, ਕੋਈ ਮੰਗ ਨਹੀਂ ਪ੍ਰਵਾਨ ਕੀਤੀ ਗਈ। ਸੋ 6 ਤਰੀਕ ਤੱਕ ਦਾ ਅਲਟੀਮੇਟਮ ਸੀ ਤੇ ਅੱਜ ਸੀ 7 ਤਰੀਕ ਤੇ ਕਿਸਾਨਾਂ ਨੇ ਫਿਰ ਆਪਦਾ ਜਲਵਾ ਪੇਸ਼ ਕੀਤਾ ਉੱਥੇ ਵੀ ਜੇਕਰ ਤੁਸੀਂ ਇਹ ਅੜੀਅਲ ਰਵੱਈਆ ਅਪਣਾਉਣੇ ਆ, ਕੇਂਦਰ ਦੀ ਸਰਕਾਰ ਵੱਲ ਵੇਨੇ ਆ ਉਹ ਜ਼ਿੱਦੀ ਰਵੱਈਏ ਤੇ, ਹਰਿਆਣੇ ਦੀ ਸਰਕਾਰ ਵੱਲ ਵੇਨੇ ਆ ਉਹ ਜ਼ਿੱਦੀ ਰਵੱਈਏ ਤੇ ਵੀ ਸਾਡਾ ਕਸੂਰ ਕੀ ਹੈ। ਵੱਖ-ਵੱਖ ਸੂਬਿਆਂ ਦੇ ਕਿਸਾਨ ਇਸ ਵੇਲੇ ਕਰਨਾਲ ਦੇ ਵਿੱਚ ਹੈ, ਲੰਗਰ ਉੱਥੇ ਇਕੱਠ ਦੇ ਵਿੱਚ ਚੱਲਣੇ ਸ਼ੁਰੂ ਹੋ ਚੁੱਕੇ ਆ, ਪੁਲਿਸ ਹੁਣ ਪਰੇ ਹੋ ਚੁੱਕੀ ਹੈ। ਆਉਦੇ ਕੁਝ ਘੰਟਿਆਂ ਦੇ ਵਿੱਚ, ਕੁਝ ਮਿੰਟਾਂ ਦੇ ਵਿੱਚ ਕੀ ਹੋਣਾ ਇਹਦੇ ਬਾਬਤ ਆਪਾਂ ਹੁਣੇ ਭਵਿੱਖਬਾਣੀ ਨਹੀਂ ਕਰ ਸਕਦੇ, ਪਰ ਖੱਟੜ ਸਰਕਾਰ ਇਸ ਵੇਲੇ ਕਸੂਤੀ ਫਸੀ ਹੋਈ ਹੈ। ਉਹਦੇ ਵੱਲੋਂ ਕਿਸਾਨਾਂ ਨੂੰ ਦਿੱਤੀ ਗਈ ਚੁਣੌਤੀ ਤੇ ਮਾਰੀ ਗਈ ਘੇਸਲ ਆ ਜਿਹੜੀ ਉਹ ਚੰਗੇ ਨਤੀਜਿਆਂ ਦੀ ਪ੍ਰਤੀਕ ਨਹੀਂ ਆ। ਸੋ ਆਉਂਦੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਹੋਰ ਭਖ ਰਿਹਾ। ਇਹ ਕਿਹੜੇ ਪਾਸੇ ਨੂੰ ਮੋੜ ਕੱਟੂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ, ਪਰ ਕਿਸਾਨਾਂ ਦਾ ਇਹ ਕਹਿਣਾ ਵੀ ਤਿੰਨੇ ਖੇਤੀ ਕਾਨੂੰਨ ਰੱਦ ਹੋਣ ਤੇ MSP ਦੀ ਲਿਖਤੀ ਤੌਰ ਤੇ ਗਰੰਟੀ ਹੋਵੇ ਤੇ ਅਸੀਂ ਆਪੋ ਆਪਣੇ ਘਰਾਂ ਨੂੰ ਆਈਏ, ਤੁਸੀਂ ਆਪਣਾ ਪ੍ਰਚਾਰ ਕਰਦੇ ਫਿਰੋ। ਪੰਜਾਬ ਦੇ ਵਿੱਚ BJP ਦੇ ਕਈ ਨੇਤਾ ਅਵੱਲੀਆਂ ਗੱਲਾਂ ਕਰ ਰਹੇ ਆ। ਜਿਸ ਤਰੀਕੇ ਨਾਲ ਹਰਜੀਤ ਗਰੇਵਾਲ ਦੇ ਵੱਲੋਂ ਇੱਕ TV ਚੈਨਲ ਦੀ ਪੱਤਰਕਾਰ ਕੁੜੀ ਦੇ ਨਾਲ ਅਸਭਿਅਕ ਗੱਲ ਕੀਤੀ ਗਈ ਹੈ। ਕੁੜੀ ਨੇ ਪੁੱਛਿਆ ਜੀ ਕਿ ਤੁਹਾਡੇ ਕੋਲੇ ਕੋਈ ਸਬੂਤ ਹੈਗਾ ਕਿ ਇਹ ਖਾਲਿਸਤਾਨੀ ਆ, ਕਿਸਾਨ ਨਕਸਲੀ ਆ, ਕਿਸਾਨ ਮਾਓਵਾਦੀ ਆ, ਕੋਈ ਸਬੂਤ ਹੈ ਤਾਂ ਕਾਰਵਾਈ ਕਰੋ। ਤੇ ਅੱਗੋਂ ਉਹ ਇਹ ਗੱਲ ਕਹਿ ਰਿਹਾ ਕੁੜੀ ਨੂੰ ਵੀ ਤੇਰੇ ਕੋਲੇ ਕੋਈ ਸਬੂਤ ਹੈਗਾ, ਤੇਰੇ ਵਿਸ਼ਵਾਸ ਹੀ ਆ ਵੀ ਤੂੰ ਆਪਣੇ ਪਿਓ ਦੀ ਧੀ ਆ, ਤੇਰੇ ਕੋਲੇ ਕਿਹੜਾ ਕੋਈ ਸਬੂਤ ਆ, ਮੇਰਾ ਪਾਪਾ ਇਹੀ ਆ। ਸੋ ਇਹਨਾਂ ਗੱਲਾਂ ਦੇ ਉੱਤੇ ਦੁੱਖ ਹੁੰਦਾ ਵੀ ਤੁਸੀਂ ਮਾਹੌਲ ਭੜਕੇ ਨੂੰ ਹੋਰ ਭੜਕਾਉਣ ਦਾ ਕੰਮ ਕਰ ਰਹੇ ਹੋ। ਜਿਹੜੇ BJP ਦੇ ਨੇਤਾ ਇਹ ਗੱਲ ਕਹਿੰਦੇ ਆ ਵੀ ਇਹ ਕੋਈ ਕਿਸਾਨ ਨਹੀਂ, ਇਹ ਤਾਂ ਵੈਸੇ ਵਿਹਲੜਾ, ਇਹ ਤਾਂ ਇੱਦਾਂ ਹਨ, ਇਹ ਤਾਂ ਉੱਦਾਂ ਹਨ, ਉਹਨਾਂ ਨੂੰ ਵੀ ਇਸ ਵਕਤ ਫਿਕਰ ਪਿਆ ਹੋਇਆ ਵੀ ਜਿਹੜੀ ਸਾਡੀ ਕੇਂਦਰ ਦੀ ਸਰਕਾਰ ਆ ਉਹ ਮੰਗ ਮੰਨ ਕੇ ਨਹੀਂ ਰਾਜ਼ੀ। ਅਸੀਂ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਪ੍ਰਚਾਰ ਨਹੀਂ ਕਰ ਸਕਦੇ, ਮੀਟਿੰਗਾਂ ਨਹੀਂ ਕਰ ਸਕਦੇ, ਦੁੱਖ ਦੇ ਸੁੱਖ ਦੇ 'ਚ ਨਹੀਂ ਜਾ ਸਕਦੇ, ਸਾਡਾ ਬਣੂਗਾ ਕੀ। ਸੋ ਕਰਨਾਲ ਦੇ ਵਿੱਚ ਇਸ ਵਕਤ ਪੂਰੀ ਜਜ਼ਬੇ ਦੇ ਨਾਲ, ਪੂਰੇ ਜਲਵੇ ਦੇ ਨਾਲ ਕਿਸਾਨ ਬੈਠੇ ਹੋਏ ਆ ਤੇ ਆਉਂਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ, ਨਿੱਜੀ ਤੌਰ ਤੇ ਮੈਨੂੰ ਇਹ ਪ੍ਰਤੀਤ ਹੁੰਦਾ ਵੀ ਇੱਥੇ ਮੰਗਾਂ ਮੰਨੇ ਜਾਣ ਦੀ ਸੰਭਾਵਨਾ, ਭਾਵੇਂ ਚਾਰੇ ਨਾ ਮੰਨੀਆਂ ਜਾਣ, ਹੋ ਸਕਦਾ 2, 1 ਜਾਂ 3 ਵੀ ਮੰਗਾਂ ਮੰਨੀਆਂ ਜਾਣ, ਕਿਉਂਕਿ 100% ਹੋ ਸਕਦਾ ਨਾ ਵੀ ਮੰਨੀਆਂ ਜਾਣ। ਪਰ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਏਕਤਾ, ਇਸ ਏਕਤਾ ਨੇ ਬਹੁਤ ਵੱਡੇ ਪੱਧਰ ਤੇ ਦੁਨੀਆ ਭਰ ਦੇ ਵਿੱਚ ਬੈਠੇ ਹਰ ਇਨਸਾਨ ਨੂੰ ਪ੍ਰਭਾਵਿਤ ਵੀ ਕੀਤਾ ਤੇ ਦੁਨੀਆ ਦਾ ਇਹ ਪਹਿਲਾ ਅੰਦੋਲਨ ਬਣ ਗਿਆ ਜਿਹੜਾ 9.5 ਮਹੀਨੇ ਤੋਂ ਚੱਲਦਾ। ਪੰਜਾਬ ਦੇ ਵਿੱਚ ਉਸ ਤੋਂ ਵੀ ਪਹਿਲਾਂ 2-3 ਮਹੀਨੇ ਤੋਂ ਚੱਲ ਰਿਹਾ। 1 ਸਾਲ ਪੰਜਾਬ ਦੇ ਕਿਸਾਨਾਂ ਨੂੰ ਸੰਘਰਸ਼ ਦੇ ਉੱਤੇ ਹੋ ਗਿਆ। ਜਿਹੜੇ ਇਹ ਗੱਲ ਕਹਿੰਦੇ ਆ ਵੀ ਕਿਸਾਨ ਤਾਂ ਵਿਹਲੇ ਹਨ, ਉਹਨਾਂ ਨੂੰ ਬੇਨਤੀ ਆ ਕਿ 24 ਘੰਟੇ ਦੇ ਲਈ ਭੁੰਜੇ ਸੜਕ ਦੇ ਉੱਤੇ ਸੌਂ ਕੇ ਦੇਖੋ, ਥੱਲੇ ਤੁਸੀਂ ਪੱਲੀ ਵਿਛਾ ਲਓ, ਥੱਲੇ ਤੁਸੀਂ ਚਾਦਰ ਵਿਛਾ ਲਓ ਜਾਂ ਦਰੀ ਵਿਛਾ ਲਓ, ਮਖਮਲੀ ਗੱਦਿਆਂ ਦੇ ਉੱਤੇ ਸੌਂ ਕੇ ਆਪਾਂ ਸਿਰੜੀ ਲੋਕਾਂ ਨੂੰ ਜੇਕਰ ਟਿਚਰਾ ਕਰਾਂਗੇ ਤਾਂ ਨਤੀਜੇ ਉਹੀ ਨਿਕਲਣਗੇ ਜਿਹੜੇ ਅੱਜ ਦੀ ਤਰੀਕ ਦੇ ਵਿੱਚ BJP ਦੇ ਮੂਹਰੇ ਆ ਰਹੇ ਆ ਸਵਾਲ ਤੇ ਨਤੀਜਿਆਂ ਦੇ ਰੂਪ ਦੇ ਵਿੱਚ ਗੱਲਾਂ ਆ ਰਹੀਆਂ। ਸੋ ਜੋ ਵੀ ਜਾਣਕਾਰੀ ਆਊਗੀ ਉਹ ਅਸੀਂ ਅਗਲੇ ਪਲਾਂ ਦੇ ਵਿੱਚ ਸਾਂਝੀ ਕਰਦੇ ਰਹਾਂਗੇ। ਫਿਲਹਾਲ ਜਾਣਕਾਰੀ ਇਹੀ ਹੈ ਵੀ ਕਰਨਾਲ ਦੇ ਵਿੱਚ ਬਹੁਤ ਵੱਡਾ ਇਕੱਠ ਹੈ, ਸੈਕਟਰੀਏਟ ਨੂੰ ਘੇਰਾ ਪੈ ਗਿਆ। ਅੱਜ ਕਿਸਾਨ ਆਗੂ ਗ੍ਰਿਫਤਾਰ ਕੀਤੇ ਸੀਗੇ, ਹਿਰਾਸਤ ਦੇ ਵਿੱਚ ਲੈ ਗਈ ਸੀ ਕਿ ਟਕੈਤ ਹੋ ਰਹੀ, ਗੁਰਨਾਮ ਸਿੰਘ ਚੜੂਨੀ, ਬਲਵੀਰ ਸਿੰਘ ਰਾਜੇਵਾਲ, ਯੋਗੇਂਦਰ ਯਾਦਵ ਤੇ ਕਈ ਹੋਰ, ਪਰ ਲੋਕਾਂ ਦੇ ਜੋਸ਼ ਦੇ ਮੂਹਰੇ ਉਹਨਾਂ ਨੂੰ ਸਾਰਿਆਂ ਨੂੰ ਰਿਹਾ ਕਰ ਦਿੱਤਾ ਗਿਆ। ਕਈ ਕਿਸਾਨ ਗ੍ਰਿਫਤਾਰ ਕੀਤੇ ਸੀ ਉਹ ਰਿਹਾ ਕਰ ਦਿੱਤੇ ਗਏ। ਅੱਜ ਬੱਸਾਂ ਦੇ ਮੂਹਰੇ ਉੱਥੇ ਲੰਮੇ ਕਰਨਾਲ ਦੇ ਵਿੱਚ ਕਿਸਾਨ ਪੈ ਗਏ, ਉਹਨਾਂ ਦੇ ਵੱਲੋਂ ਕੋਈ ਪਰਵਾਹ ਨਹੀਂ ਕੀਤੀ ਗਈ ਤੇ ਇਸ ਵੇਲੇ ਸੈਕਟਰੀਏਟ ਨੂੰ ਘੇਰਾ ਪਿਆ ਹੋਇਆ। ਫਿਲਹਾਲ ਦਿਓ ਆ ਗਿਆ, ਬਹੁਤ ਬਹੁਤ ਮਿਹਰਬਾਨੀ।